ਮਾਈਕ ਜੋ ਆ ਸਭ ਦੇ ਮਿਊਟ ਹੋ ਚੁੱਕਿਆ ਇੱਕ ਵਾਰੀ। ਸੋ ਕਿਸੇ ਦਾ ਕੋਈ ਡਾਊਟ ਹੋਏ ਤਾਂ ਹੈਂਡ ਰੇਜ਼ ਕਰ ਲਿਓ। ਬਾਕੀ ਜੁੜੇ ਨਹੀਂ ਆ ਅਜੇ, 5 ਜਣੇ ਹੋਰ ਆ, ਉਹ ਆਏ ਨਹੀਂਗੇ। ਸੋ ਆਪਾਂ ਸਟਾਰਟ ਕਰਦੇ ਹਾਂ। ਵੀਡੀਓ ਰਿਕਾਰਡਿੰਗ ਤੇ ਹੋਇਆ। ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਦੇ ਹਾਂ ਸਿਲੇਬਸ, ਕਿਉਂਕਿ ਸਿਲੇਬਸ ਹੀ ਆਪਾਂ ਨੂੰ ਗਾਈਡ ਕਰੇਗਾ ਆਪਾਂ ਕੀ ਪੜ੍ਹਨਾ ਹੈ ਔਰ ਕਿੰਨਾ ਪੜ੍ਹਨਾ ਹੈ ਔਰ ਕਿੱਥੋਂ ਤੱਕ ਪੜ੍ਹਨਾ ਹੈ, ਕਿਸ ਲੈਵਲ ਤੱਕ ਆਪਾਂ ਪੜ੍ਹਨਾ ਹੈ। ਠੀਕ ਹੈ। ਸੋ ਇਹ ਪਿਛਲੇ ਜੋ ਪੇਪਰ ਹੋਇਆ 1664 ਵੈਕੈਂਸੀਆਂ ਸੀ, ਉਸ ਦਾ ਸਿਲੇਬਸ ਹੈ। ਸਿਲੇਬਸ ਅਜੇ ਚੇਂਜ ਨਹੀਂ ਹੋਇਆ ਔਰ ਹੋਪ ਹੈ ਕਿ ਚੇਂਜ ਹੋਏਗਾ ਵੀ ਨਹੀਂ। ਪਿਛਲਾ ਸਿਲੇਬਸ ਹੀ ਤੇ ਹੀ ਜੋ ਹੈ ਹੁਣ ਵਾਲਾ ਪੇਪਰ ਹੋਏਗਾ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਪੰਜਾਬੀ ਲੈਂਗੁਏਜ ਦੀ। ਪੰਜਾਬੀ ਲੈਂਗੁਏਜ ਜੋ ਹੈ ਉਹ 15 ਮਾਰਕਸ ਦੀ ਆਏਗੀ ਔਰ ਲੈਵਲ ਕਿੱਥੋਂ ਤੱਕ ਹੋਏਗਾ? 12th ਲੈਵਲ ਤੱਕ, 12ਵੀਂ ਲੈਵਲ ਤੱਕ ਜੋ ਹੈ ਪੰਜਾਬੀ ਲੈਂਗੁਏਜ ਦੇ ਵਿੱਚੋਂ ਕੁਐਸਚਨ ਪੁੱਛੇ ਜਾਣਗੇ। ਇਹਦੇ ਵਿੱਚ ਕੀ ਕੀ ਪਾਰਟ ਆਪਾਂ ਕਵਰ ਕਰਾਂਗੇ? ਪੰਜਾਬੀ ਲੈਂਗੁਏਜ ਕੀ ਹੈ ਔਰ ਉਪ ਭਾਸ਼ਾਵਾਂ ਕੀ ਨੇ? ਮਾਝੀ, ਮਾਲਵੀ, ਦੁਆਬੀ, ਪੋਠੋਹਾਰੀ, ਪੁਆਧੀ, ਇਹ ਉਪ ਭਾਸ਼ਾਵਾਂ ਨੇ। ਠੀਕ ਹੈ। ਇਸ ਤੋਂ ਬਾਅਦ ਆਪਾਂ ਪਾਰਟ ਕਰਾਂਗੇ ਗ੍ਰਾਮਰ। ਗ੍ਰਾਮਰ ਦੇ ਵਿੱਚ ਕੀ ਕੀ ਦੇਖਾਂਗੇ? ਧੁਨੀ ਬੋਧ, ਸ਼ਬਦ ਬੋਧ, ਅਰਥ ਬੋਧ ਔਰ ਵਾਕ ਬੋਧ। ਇਹ 4 ਥੰਬ ਨੇ। ਜਿਵੇਂ ਕਹਿ ਦਿੰਦੇ ਆ ਕਿ ਆਪਾਂ ਪਿੱਲਰ ਕਹਿ ਦਿੰਦੇ ਆ, ਜਿਵੇਂ ਜੋ ਮਕਾਨ ਦੀ ਛੱਤ ਹੈ ਉਹ 4 ਦੀਵਾਰਾਂ ਤੇ ਖੜਦੀ ਹੈ, ਉਵੇਂ ਹੀ ਗ੍ਰਾਮਰ ਦੇ ਵਿੱਚ ਇਹ 4 ਜੋ ਆ, ਧੁਨੀ ਬੋਧ, ਸ਼ਬਦ ਬੋਧ ਔਰ ਅਰਥ ਬੋਧ ਦੇ ਨਾਲ ਨਾਲ ਵਾਕ ਬੋਧ, ਇਹ 4 ਪਿੱਲਰ ਨੇ ਜੋ ਪੂਰੀ ਭਾਸ਼ਾ ਨੂੰ ਥੰਬ ਕੇ ਰੱਖਦੇ ਆ। ਠੀਕ ਹੈ। ਇਸ ਤੋਂ ਬਾਅਦ ਆਉਂਦੇ ਆ ਵਿਸ਼ਰਾਮ ਚਿੰਨ੍ਹ, ਜਿਵੇਂ ਡੰਡੀ, ਕੋਮਾ, ਬਿੰਦੀ, ਇਸ ਦੇ ਵਿੱਚ ਆ ਜਾਂਦੇ ਆ। ਠੀਕ ਹੈ, ਵਿਸ਼ਰਾਮ ਚਿੰਨ੍ਹਾਂ ਦੇ ਵਿੱਚ ਇਹ ਵੀ ਆਪਾਂ ਦੇਖਾਂਗੇ। ਉਸ ਤੋਂ ਬਾਅਦ ਅਣਡਿੱਠਾ ਪੈਰਾ। ਪਿਛਲੇ ਪੇਪਰ ਦੇ ਵਿੱਚ ਅਗਰ ਕਿਸੇ ਨੇ ਦਿੱਤਾ ਹੋਏਗਾ ਪੇਪਰ, ਤਾਂ ਅਣਡਿੱਠਾ ਪੈਰਾ ਪੇਪਰ ਦੇ ਵਿੱਚ ਨਹੀਂ ਪੁੱਛਿਆ ਗਿਆ। ਹੋਪ ਹੈ ਕਿ ਹੁਣ ਵੀ ਨਹੀਂ ਪੁੱਛਿਆ ਜਾਏਗਾ। ਸੋ ਅਣਡਿੱਠਾ ਪੈਰਾ ਤੇ ਕੁਐਸਚਨ ਜੋ ਆ ਉਹ ਸਭ ਦੇ ਮੈਕਸਿਮਮ ਰਾਈਟ ਹੁੰਦੇ ਆ। ਫਿਰ ਵੀ ਆਪਾਂ 2 ਜਾਂ 3 ਅਣਡਿੱਠੇ ਪੈਰੇ ਦੇਖ ਲਾਂਗੇ ਕਰਕੇ। ਅਗਰ ਤੁਹਾਡੇ ਕੁਐਸਚਨ ਸਹੀ ਜਾਂਦੇ ਆ ਤਾਂ ਅਣਡਿੱਠੇ ਪੈਰੇ ਹੋਰ ਕਰਨ ਦੀ ਲੋੜ ਨਹੀਂ ਪਏਗੀ। ਅਦਰਵਾਈਜ਼ ਆਪਾਂ ਅਣਡਿੱਠੇ ਪੈਰਿਆਂ ਦੀ ਵੀ ਪ੍ਰੈਕਟਿਸ ਹੋਰ ਕਰ ਲਾਂਗੇ। ਠੀਕ ਹੈ। ਇਸ ਤੋਂ ਬਾਅਦ ਆਉਂਦੇ ਆ ਮੁਹਾਵਰੇ ਅਤੇ ਅਖਾਣ। ਮੁਹਾਵਰੇ ਅਤੇ ਅਖਾਣ। ਠੀਕ ਹੈ। ਉਸ ਤੋਂ ਬਾਅਦ ਪੰਜਾਬੀ ਸੱਭਿਆਚਾਰ। ਪਿਛਲੇ ਪੇਪਰ ਦੇ ਵਿੱਚ ਦੇਖਿਆ ਹੋਏਗਾ ਪੰਜਾਬੀ ਸੱਭਿਆਚਾਰ ਔਰ ਪੰਜਾਬੀ ਸਾਹਿਤ, ਪੰਜਾਬੀ ਲਿਟਰੇਚਰ, ਇਹਦੇ ਉੱਪਰ ਕਾਫੀ ਸਾਰੇ ਕੁਐਸਚਨ ਪੁੱਛੇ ਗਏ ਸੀ। ਮਤਲਬ 6 ਤੋਂ ਲੈ ਕੇ 7 ਕੁਐਸਚਨ ਸਿਰਫ ਇਹਦੇ ਉੱਪਰ ਹੀ ਸੀ। ਸੋ ਹੁਣ ਵੀ ਹੋਪ ਹੈ ਕਿ ਇਹਦੇ ਉੱਪਰ ਇੰਨੇ ਕੁ ਕੁਐਸਚਨ ਆਉਣ ਦੇ ਚਾਂਸ ਆ, ਕਿਉਂਕਿ ਲੈਵਲ ਉਹਨਾਂ ਨੇ ਰੱਖਿਆ 12th ਲੈਵਲ। ਸੋ 12th ਲੈਵਲ ਦੇ ਵਿੱਚ ਇਹੀ ਪਾਰਟ ਮੇਨ ਬਚਦਾ ਹੈ, ਬਾਕੀ ਜੋ ਹੈ 10th ਲੈਵਲ ਤੱਕ ਵੀ ਕਵਰ ਕਰ ਸਕਦੇ ਹਾਂ ਆਪਾਂ। ਠੀਕ ਹੈ। ਪੰਜਾਬੀ ਸੱਭਿਆਚਾਰ ਔਰ ਸਾਹਿਤ ਦਾ ਜੋ ਪਾਰਟ ਹੈ ਉਹ ਆਪਾਂ ਕਵਰ ਕਰਾਂਗੇ 12th ਲੈਵਲ ਦੀਆਂ ਬੁੱਕ, 11th ਔਰ 12th ਦੀ ਬੁੱਕ ਪੜ੍ਹ ਕੇ। ਠੀਕ ਹੈ। ਇਹ 15 ਮਾਰਕਸ ਦਾ ਸਿਰਫ ਇੰਨਾ ਕੁ ਪੰਜਾਬੀ ਦਾ ਸਿਲੇਬਸ ਹੈ ਜੋ ਆਪਾਂ ਕਵਰ ਕਰਨਾ ਹੈ। ਇਸ ਤੋਂ ਬਾਅਦ ਗੱਲ ਕਰਦੇ ਹਾਂ ਇੰਗਲਿਸ਼ ਦੀ। ਲੈਂਗੁਏਜ ਇਹ ਵੀ ਹੈ ਔਰ ਇਹ ਵੀ 15 ਮਾਰਕਸ ਦੀ ਹੀ ਆਏਗੀ। ਇਹਦੇ ਵਿੱਚ ਕੀ ਆਏਗਾ? ਕੰਪਰੀਹੈਂਸ਼ਨ ਆਏਗਾ। ਜਿਵੇਂ ਅਨਸੀਨ ਪੈਸੇਜ ਜਿਹਨੂੰ ਕਹਿੰਦੇ ਆ, ਅਣਡਿੱਠਾ ਪੈਰਾ ਪੰਜਾਬੀ ਵਿੱਚ ਕਹਿ ਦਿੱਤਾ ਜਾਂਦਾ ਹੈ। ਇਹ ਜੋ ਹੈ ਪਿਛਲੇ ਐਗਜ਼ਾਮ ਦੇ ਵਿੱਚ ਵੀ ਆਇਆ ਸੀ ਇੰਗਲਿਸ਼ ਦੇ ਵਿੱਚ। ਠੀਕ ਹੈ। ਉਸ ਤੋਂ ਬਾਅਦ ਗ੍ਰਾਮਰ ਜੋ ਪਾਰਟ ਹੈ ਉਹਦੇ ਵਿੱਚ ਕਾਫੀ ਸਾਰੇ ਆਰਟੀਕਲਸ ਆ ਗਏ, ਪ੍ਰੈਪੋਜੀਸ਼ਨ ਆ ਗਈ, ਉਹ ਸਾਰਾ ਕਵਰ ਕਰਾਂਗੇ। ਠੀਕ ਹੈ। ਉਸ ਤੋਂ ਬਾਅਦ ਵੋਕੈਬ। ਵੋਕੈਬ ਦੇ ਵਿੱਚ ਕੀ ਹੈ? ਐਂਟੋਨੀਅਮ, ਸਿਨੋਨੀਅਮ, ਈਡੀਅਮ, ਫਰੇਜ਼ਿਸ, ਇਹ ਸਾਰਾ ਕੁਝ ਆ ਜਾਂਦਾ ਹੈ। ਉਸ ਤੋਂ ਬਾਅਦ ਟਰਾਂਸਲੇਸ਼ਨ। ਟਰਾਂਸਲੇਸ਼ਨ ਤੇ ਆਈ ਥਿੰਕ ਇੱਕ ਹੀ ਕੁਐਸਚਨ ਪੁੱਛਿਆ ਸੀ ਪਿਛਲੇ ਐਗਜ਼ਾਮ ਦੇ ਵਿੱਚ। ਠੀਕ ਹੈ। ਇਹ ਇੰਨਾ ਕੁ ਪਾਰਟ ਜੋ ਹੈ ਇੰਗਲਿਸ਼ ਦਾ ਹੈ। ਇਹ ਵੀ ਲੈਵਲ ਕੀ ਹੈ? 12th ਲੈਵਲ। ਠੀਕ ਹੈ। 12th ਲੈਵਲ ਤੱਕ ਬੇਸਿਕਲੀ ਜੋ ਹੈ 10th ਲੈਵਲ ਤੱਕ ਆਪਣੀ ਗ੍ਰਾਮਰ ਅਗਰ ਵਧੀਆ ਹੈ ਤਾਂ ਆਪਾਂ ਜੋ ਹੈ ਇਹਦੇ ਵਿੱਚੋਂ ਈਜ਼ਲੀ 12 ਤੋਂ ਲੈ ਕੇ 13 ਜਾਂ 14 ਮਾਰਕਸ ਲੈ ਸਕਦੇ ਹਾਂ ਇੰਗਲਿਸ਼ ਦੇ ਵਿੱਚੋਂ। ਕਈਆਂ ਦੇ 15 ਮਾਰਕਸ ਵੀ ਆਏ ਆ। ਇਸ ਤੋਂ ਬਾਅਦ ਆਪਾਂ ਦੇਖਾਂਗੇ ਹਿੰਦੀ, 3rd ਲੈਂਗੁਏਜ, ਜੋ ਸਿਲੇਬਸ ਦੇ ਵਿੱਚ ਮੈਂਸ਼ਨ ਹੈ, ਲੇਕਿਨ ਇਹਨੂੰ ਕਿਹਾ ਜਾਂਦਾ ਹੈ ਸੈਕਿੰਡ ਲੈਂਗੁਏਜ। ਠੀਕ ਹੈ। 3rd ਲੈਂਗੁਏਜ ਦੇ ਵਿੱਚ ਕੀ ਕੀ ਹੈ ਉਹ ਦੇਖ ਲੈਂਦੇ ਆਪਾਂ। ਇਹਦੇ ਵਿੱਚ ਹੈ ਭਾਸ਼ਾ ਲਿਪੀ। ਜਿਵੇਂ ਪੰਜਾਬੀ ਭਾਸ਼ਾ ਦੀ ਲਿਪੀ ਹੈ ਉਵੇਂ ਹੀ ਹਿੰਦੀ ਭਾਸ਼ਾ ਦੀ ਵੀ ਇੱਕ ਲਿਪੀ ਹੈ ਜਿਸ ਨੂੰ ਦੇਵਨਾਗਰੀ ਲਿਪੀ ਕਹਿੰਦੇ ਆ। ਠੀਕ ਹੈ। ਉਸ ਤੋਂ ਬਾਅਦ ਆਪਾਂ ਦੇਖਾਂਗੇ ਵਰਨ ਵਿਚਾਰ, ਸ਼ਬਦ ਵਿਚਾਰ, ਵਿਕਾਰੀ ਸ਼ਬਦ। ਵਿਕਾਰੀ ਸ਼ਬਦ ਆਪਾਂ ਪੰਜਾਬੀ ਦੇ ਵਿੱਚ ਵੀ ਪੜਾਂਗੇ। ਕਿੱਥੇ? ਸ਼ਬਦ ਬੋਧ ਦੇ ਵਿੱਚ। ਸੰਗਿਆ, ਸਰਵਨਾਮ, ਵਿਸ਼ੇਸ਼ਣ ਔਰ ਕਿਰਿਆ। ਇੱਥੇ ਕਿਹਾ ਹੈ ਸੰਗਿਆ ਉੱਥੇ ਨਾਂਵ ਹੋ ਜਾਂਦਾ ਹੈ ਪੰਜਾਬੀ ਵਿੱਚ, ਔਰ ਸਰਵਨਾਮ ਨੂੰ ਪੜਨਾਂਵ ਕਿਹਾ ਜਾਂਦਾ ਹੈ ਪੰਜਾਬੀ ਵਿੱਚ। ਠੀਕ ਹੈ। ਅਵਿਕਾਰੀ ਸ਼ਬਦ ਵੀ ਆਪਾਂ ਪੰਜਾਬੀ ਵਿੱਚ ਪੜਾਂਗੇ।
ਹਿੰਦੀ ਵਿੱਚ ਵੀ ਪੜਾਂਗੇ। ਅਵਿਕਾਰੀ ਸ਼ਬਦ ਵਿੱਚ ਕਿਰਿਆ ਵਿਸ਼ੇਸ਼ਣ, ਸੰਬੰਧ ਬੋਧਕ, ਯੋਜਕ, ਵਿਸਮय ਬੋਧਕ ਇਹ ਆ ਜਾਣਗੇ। ਠੀਕ है। इस तो बाद पर्यायवाची, तत्सम, तद्भव, उपसर्ग, प्रत्यय, नेक शब्दों के लिए एक शब्द। मोस्टली जो है हिंदी लैंग्वेज का सिलेबस जो है वो पंजाबी लैंग्वेज और इंग्लिश लैंग्वेज के नाल मैच करता है। ठीक है। अगर तुसी पंजाबी लैंग्वेज नूं कर लिया वधिया ढंग नाल तां हिंदी दे विच्चों 10 तो प्लस मार्क्स लै सकदे हो ईजली। कोई भी एक लैंग्वेज कर लोगे तो दूसरी लैंग्वेज जो है सेम ही है, हिंदी और पंजाबी। ठीक है। इन्ना ज़्यादा डिफरेंस नहीं है दोनों दे विच। इस तो बाद आपां गल करदे हां मेन टॉपिक जो पिछली बारी काफ़ी चर्चा दे विच रहा, किहड़ा है? मैथ। मैथ दे विच की आना है? मैथ दे विच नंबर सिस्टम आएगा, उस तो बाद रियल नंबर, बहुपदियां, दो चलां वाले रेखी समीकरण दे जोड़े, मतलब जो अलजैबरा है उनके उपर भी काफ़ी सारे क्वेश्चन पूछे गए सी मैथ दे विच, और जियोमैट्री दे उपर भी काफ़ी सारे क्वेश्चन पूछे गए सी। मैथ अगर पिछली बारी का पेपर देखा होगा तो मैथ आपां जो है वो भी पूरा 10th लैवल तक करना है। सो बेसिक तो स्टार्ट करांगे, 0 तो स्टार्ट करांगे एकदम, क्योंकि सब दा हथ मैथ दे विचों तंग होंदा है मोस्टली। सो अब मैथ आपां 0 लैवल तो स्टार्ट करांगे और 10th लैवल तक ये आपां करते जावांगे। इस तो बाद है साइंस। साइंस भी 20 मार्क्स की आनी है, जिवें मैथ भी 20 मार्क्स का आएगा। साइंस दे विच बेसिकली की है, पिछली बारी उन्होंने मैक्सीमम 15 क्वेश्चन जो सी वो सिर्फ केमिस्ट्री दे ही पाते 15 क्वेश्चन, लेकिन इस बार अजिहा नहीं होएगा। इस बार 15 क्वेश्चन केमिस्ट्री दे नहीं पाए जाएंगे, क्योंकि फर्स्ट टाइम एग्जाम लिया सी बोर्ड ने। सो जो एग्जाम सैटर सी उन्होंने सिर्फ केमिस्ट्री नूं ही चुनिया, लेकिन इस बार इहो जिहा नहीं होएगा। थोड़ी जी साइंस नूं ईजी रखा जाएगा पहलों दे नालों। सारे सबजैक्ट जो है केमिस्ट्री के जो भी पार्ट, साइंस के सॉरी जो भी पार्ट आ जिंदे विच बायो है, फिजिक्स है और केमिस्ट्री, तिन्हां दा लैवल जो है इक्वल रखा जाएगा इस बार। सो आपां साइंस जो है 6वीं तो लैके 10वीं लैवल तक करनी है, जिंदे विच की करना है। सिलेबस मैं सब नूं सेंड कर दांगा एक बारी, थोड़ा थोड़ा मोटा मोटा देख लेने साइंस दे विच की करना है। सब तो पहला की है मोशन, force of law of motion, gravitational force, work and energy, sound, electricity, source of energy, ये सब जो है फिजिक्स और केमिस्ट्री बायो दे पार्ट आ जाएंगे। एसिड, बेसिस एंड सोल्ट ये सारा कुछ आप करांगे साइंस का। लास्ट पार्ट है केड़ा है? लास्ट है बट लेंथी बहुत है, सोशल साइंस 15 मार्क्स का आएगा। सब तो लेंथी पार्ट यही है इन विच, क्योंकि 4 सबजैक्ट मैंशन। फर्स्ट है जियोग्राफी, दूसरा है इकनॉमिक्स, तीसरा है हिस्ट्री, फोर्थ है पॉलिटी। ये 4 पार्ट आ, लेकिन 15 मार्क्स का काम होना है। सो ये चार पार्ट नूं करन दे लई काफ़ी सारा टाइम आपां नूं चाहीदा है, लेकिन सिलेबस दे विच सिर्फ 10th लैवल की बुक्स दे विच जो सिलेबस दिता है वही मैंशन किया है। सो 10th लैवल की अगर आप पढ़ीए तो सिर्फ उहदे नाल सरेगा नहीं, क्योंकि अपने कोल गोल्डन चांस है। करांगे आपां स्टार्टिंग 10th लैवल तो ही, क्योंकि जो सिलेबस दे विच मैंशन है उत्थों ही आपां स्टार्ट करांगे, लेकिन आपां बाकी जो बुक्स ने 6वीं तो लैके 9वीं तक वो भी आपां करांगे, क्योंकि इन्होंने लैवल लिखा होया 10वीं तक। जिन्ने भी लैवल लिखे हुए आ सोशल साइंस के वो सारे 10वीं लैवल तक करने आ, लेकिन आपां करांगे सिलेबस के अकॉर्डिंग। पहला सिलेबस नूं फिनिश करके बाकी जो भी लैवल बचते आ, जो भी क्लासिस का मटीरियल बचेगा वो भी आपां करांगे, क्योंकि सब कोल ये गोल्डन चांस है, कोई भी मौका हथों नहीं छड्डेगा। सब नूं चाहिदी है जॉब इस बारी, क्योंकि काफ़ी टाइम बाद जो है वैकेंसियां निकलियां। सो ये अपना सिलेबस है, इस सिलेबस नूं एक तो दिमाग विच बिठा लो कि असीं ये सिलेबस जरूर कवर करके जाना है, इस तो बिना गड्डी नहीं चलेगी। सो अगर सिलेबस दे विच किसी नूं कोई डाउट है तो वो पूछ सकता है। होएगी ना सब नूं? यस और नो कर दो, माइक तो सब दे म्यूट आ। चैट बॉक्स दे विच यस और नो कर दो। PDF शो हो रही है ना? ओके। सो सोशल साइंस का पार्ट है, क्योंकि लेंथी पार्ट सी इसलिए मैं
ਇੱਥੋਂ ਹੀ ਸੋਚਿਆ ਕਿ ਇੱਕ ਵਾਰੀ ਤੁਹਾਡਾ ਲੈਵਲ ਚੈੱਕ ਕਰਨ ਲਈ ਇੱਥੋਂ ਸਟਾਰਟਿੰਗ ਕੀਤੀ ਜਾਏ। ਸੋ ਬੇਸਿਕ ਜੇ ਕੁਐਸਚਨ ਹੋਣਗੇ ਜਿਨ੍ਹਾਂ ਦੇ ਤੁਸੀਂ ਆਨਸਰ ਕਰਨੇ ਹੋਣਗੇ ਕਮੈਂਟ ਬਾਕਸ ਦੇ ਵਿੱਚ। ਬਿਲਕੁਲ ਬੇਸਿਕ ਹੈ, ਕਲਾਸ 6 ਜੋ ਹੈ ਉਸ ਦੇ ਵਿੱਚੋਂ ਹੀ ਕੁਐਸਚਨ ਬਣਾਏ ਗਏ ਆ। ਫਰਸਟ ਕੁਐਸਚਨ ਹੈ, ਇਤਿਹਾਸ ਲਿਖਣ ਵਾਲੇ ਆਦਮੀ ਨੂੰ ਕਿਹਾ ਜਾਂਦਾ ਹੈ? ਆਪਸ਼ਨ ਏ ਹੈ ਲੇਖਕ, ਆਪਸ਼ਨ ਬੀ ਹੈ ਕਵੀ, ਆਪਸ਼ਨ ਸੀ ਹੈ ਇਤਿਹਾਸਕਾਰ, ਆਪਸ਼ਨ ਡੀ ਹੈ ਇਤਿਹਾਸ। ਪੂਨਮ ਦਾ ਏ ਆਇਆ, ਇੰਦਰਜੀਤ ਦਾ ਸੀ ਹੈ, ਕਰਨਿਕਾ ਦਾ ਸੀ ਹੈ, ਗੁਰਦੀਪ ਦਾ ਸੀ ਹੈ, ਮਨੀਸ਼ਾ ਦਾ ਵੀ ਸੀ ਹੈ। ਅਨੰਨਿਆ ਕੌਣ ਨੇ? ਅਨੰਨਿਆ ਤੁਸੀਂ ਕਿਸ ਨਾਮ ਤੋਂ ਐਡਮਿਸ਼ਨ ਕਰਵਾਈ ਹੋਈ ਹੈ? ਅਨੰਨਿਆ ਨਾਮ ਤੋਂ ਐਡਮਿਸ਼ਨ ਨਹੀਂ ਆਈ ਮੇਰੇ ਕੋਲ। ਸੋ ਇਸ ਦਾ ਰਾਈਟ ਜੋ ਆਨਸਰ ਹੈ ਆਪਸ਼ਨ ਸੀ ਹੈ। ਓਕੇ ਠੀਕ ਹੈ, ਇਤਿਹਾਸਕਾਰ ਸੀ ਇਸ ਦਾ ਰਾਈਟ ਆਨਸਰ ਹੈ। ਜਿਨ੍ਹਾਂ ਨੇ ਏ ਦਿੱਤਾ ਸੀ, ਲੇਖਕ ਨਹੀਂ ਕਿਹਾ ਜਾਂਦਾ, ਇਤਿਹਾਸਕਾਰ ਕਿਹਾ ਜਾਂਦਾ ਹੈ, ਕਿਉਂਕਿ ਇਤਿਹਾਸ ਲਿਖਣ ਵਾਲੇ ਆਦਮੀ ਦੀ ਗੱਲ ਹੋ ਰਹੀ ਹੈ। ਓਕੇ, ਸੋ ਨੈਕਸਟ ਕੁਐਸਚਨ ਹੈ, ਇਤਿਹਾਸ ਸ਼ਬਦ ਯੂਨਾਨੀ ਭਾਸ਼ਾ ਦੇ ਕਿਸ ਸ਼ਬਦ ਤੋਂ ਬਣਿਆ ਹੈ? ਆਪਸ਼ਨ ਏ ਹੈ ਹਸਤਰੀ, ਆਪਸ਼ਨ ਬੀ ਹੈ ਹਿਸਟਰੀ, ਆਪਸ਼ਨ ਸੀ ਹੈ ਹਿਸਟਰੀ, ਆਪਸ਼ਨ ਡੀ ਹੈ ਹੈਸਟੋਰੀਆ। ਡੀ ਆ ਰਿਹਾ ਮੋਸਟਲੀ ਸਭ ਦਾ ਆਨਸਰ ਹੀ। ਸੋ ਸਭ ਦਾ ਆਨਸਰ ਡੀ ਹੀ ਹੈ। ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਡੀ, ਹੈਸਟੋਰੀਆ ਤੋਂ ਬਣਿਆ। ਇਤਿਹਾਸ ਜੋ ਸ਼ਬਦ ਹੈ ਯੂਨਾਨੀ ਭਾਸ਼ਾ ਦੇ ਹੈਸਟੋਰੀਆ ਤੋਂ ਬਣਿਆ। ਓਕੇ, ਨੈਕਸਟ ਕੁਐਸਚਨ ਹੈ, ਇਤਿਹਾਸ ਦਾ ਪਿਤਾਮਾ ਕਿਹਾ ਜਾਂਦਾ ਹੈ? ਫਾਦਰ ਆਫ ਹਿਸਟਰੀ ਕਿਸ ਨੂੰ ਕਿਹਾ ਜਾਂਦਾ ਹੈ? ਆਪਸ਼ਨ ਏ ਹੈ ਆਰੀਆ ਭੱਟ, ਆਪਸ਼ਨ ਬੀ ਹੈ ਚਣਕਿਆ, ਆਪਸ਼ਨ ਸੀ ਹੈ ਵਿਸ਼ਨੂਗੁਪਤ, ਆਪਸ਼ਨ ਡੀ ਹੈ ਹੈਰੋਡੋਟਸ। ਗੁਰਦੀਪ ਦਾ ਡੀ ਆਇਆ, ਅਨੰਨਿਆ ਦਾ ਵੀ ਡੀ ਹੈ। Oppo A11 ਪਲੀਜ਼ ਇੱਕ ਵਾਰੀ ਤੁਸੀਂ ਕਿਸ ਨਾਮ ਤੋਂ ਐਡਮਿਸ਼ਨ ਕਰਵਾਈ ਹੈ ਉਹ ਨਾਮ ਦੱਸ ਦਿਓ। ਕਿਰਨਦੀਪ ਦਾ ਵੀ ਡੀ ਹੈ। ਓਕੇ, ਇਸ ਦਾ ਰਾਈਟ ਆਨਸਰ ਹੈ ਆਪਸ਼ਨ ਡੀ, ਇਤਿਹਾਸ ਦਾ ਪਿਤਾਮਾ ਹੈਰੋਡੋਟਸ ਨੂੰ ਕਿਹਾ ਜਾਂਦਾ ਹੈ। ਓਕੇ, ਡੀ ਇਸ ਦਾ ਰਾਈਟ ਆਨਸਰ ਹੈ। ਨੈਕਸਟ ਕੁਐਸਚਨ ਹੈ, ਜਿਸ ਇਤਿਹਾਸ ਦਾ ਸਾਡੇ ਕੋਲ ਲਿਖਤੀ ਵੇਰਵਾ ਨਹੀਂ ਮਿਲਦਾ ਉਸ ਨੂੰ ਕਿਹਾ ਜਾਂਦਾ ਹੈ? ਆਪਸ਼ਨ ਏ ਹੈ ਇਤਿਹਾਸ, ਆਪਸ਼ਨ ਬੀ ਹੈ ਪੂਰਵ ਇਤਿਹਾਸ, ਆਪਸ਼ਨ ਸੀ ਹੈ ਈਸਾ ਪੂਰਵ, ਆਪਸ਼ਨ ਡੀ ਹੈ ਈਸਵੀ। ਜਸਪ੍ਰੀਤ ਕੌਰ, ਅਗਰ ਆਵਾਜ਼ ਨਹੀਂ ਆ ਰਹੀ ਤਾਂ ਇੱਕ ਵਾਰੀ ਰੀਜੁਆਇਨ ਕਰ ਲਓ ਉਹੀ ਲਿੰਕ ਤੋਂ ਜੋ ਤੁਹਾਨੂੰ ਪਰਸਨਲੀ ਸੈਂਡ ਮਿਲਿਆ ਹੋਏਗਾ। ਬਾਏ ਗਰੁੱਪ ਗਿਆ ਹੈ ਲੇਕਿਨ ਆਇਆ ਸਭ ਨੂੰ ਪਰਸਨਲੀ ਹੈ ਮੈਸੇਜ। ਜਿਸ ਇਤਿਹਾਸ ਦਾ ਸਾਡੇ ਕੋਲ ਲਿਖਤੀ ਵੇਰਵਾ ਨਹੀਂ ਮਿਲਦਾ ਉਸ ਨੂੰ ਕਿਹਾ ਜਾਂਦਾ ਹੈ ਪੂਰਵ ਇਤਿਹਾਸ। ਬੀ ਇਸ ਦਾ ਰਾਈਟ ਆਨਸਰ ਹੈ, ਆਪਸ਼ਨ ਬੀ। ਨੈਕਸਟ ਕੁਐਸਚਨ ਹੈ, ਜਿਸ ਇਤਿਹਾਸ ਦਾ ਸਾਡੇ ਕੋਲ ਲਿਖਤੀ ਵੇਰਵਾ ਮਿਲਦਾ ਹੈ ਉਸ ਨੂੰ ਕਿਹਾ ਜਾਂਦਾ ਹੈ? ਆਪਸ਼ਨ ਏ ਹੈ ਇਤਿਹਾਸ, ਆਪਸ਼ਨ ਬੀ ਹੈ ਪੂਰਵ ਇਤਿਹਾਸ, ਆਪਸ਼ਨ ਸੀ ਹੈ ਮਿਥਿਹਾਸ, ਆਪਸ਼ਨ ਡੀ ਹੈ ਸਾਖੀ। ਇੱਕ ਹੀ ਨਹੀਂ ਆਇਆ, ਬਾਕੀ 14 ਲੋਕ ਜਿਨ੍ਹਾਂ ਨੇ ਐਡਮਿਸ਼ਨ ਕਰਵਾਈ ਹੈ ਉਹ ਜੁਆਇਨ ਕਰ ਚੁੱਕੇ ਆ। ਇਹ ਆ ਰਿਹਾ ਮੋਸਟਲੀ ਸਭ ਦਾ ਆਨਸਰ। ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਏ, ਜਿਸ ਇਤਿਹਾਸ ਦਾ ਸਾਡੇ ਕੋਲ ਲਿਖਤੀ ਵੇਰਵਾ ਮਿਲਦਾ ਹੈ ਉਸ ਨੂੰ ਇਤਿਹਾਸ ਕਿਹਾ ਜਾਂਦਾ ਹੈ। ਇਤਿਹਾਸ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ। ਜੋ ਇਤਿਹਾਸ ਹੈ ਇਸ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ, ਈਸਵੀ और ईसवी पूर्व। पहला है ईसवी और दूसरा है ईसवी पूर्व। ठीक है, नैक्सट क्वेश्चन है, प्राचीन काल विच आदि मानव कित्थे रहिंदा सी? ऑप्शन ए है पिंडां विच, ऑप्शन बी है गुफावां विच, ऑप्शन सी है सरावां विच, ऑप्शन डी है कोई भी नहीं। हरदीप कौर दा ए है, मनीषा दा बी है, बाकी सब दा मोस्टली बी आ रहा है।
ਪ੍ਰਾਚੀਨ ਕਾਲ ਦੀ ਗੱਲ ਕਰ ਰਿਹਾ। ਪ੍ਰਾਚੀਨ ਕਾਲ ਵਿੱਚ ਨਾਂ ਲਿਖਿਆ ਹੋਇਆ ਹੈ ਆਦਿ ਮਾਨਵ। ਆਦਿ ਮਾਨਵ, ਓਕੇ। ਆਦਿ ਮਾਨਵ ਜੋ ਸੀ ਗੁਫਾਵਾਂ ਦੇ ਵਿੱਚ ਰਹਿੰਦਾ ਸੀ ਔਰ ਸ਼ਿਕਾਰ ਕਰਦਾ ਸੀ, ਠੀਕ ਹੈ। ਸ਼ਿਕਾਰ ਕਰਕੇ ਆਪਣਾ ਪੇਟ ਭਰਦਾ ਸੀ, ਕੰਦਮੂਲ ਵਗੈਰਾ ਖਾਂਦਾ ਸੀ ਉਹ। ਨੈਕਸਟ ਕੁਐਸਚਨ ਹੈ, ਕਿਹੜਾ ਇਤਿਹਾਸਕ ਸਰੋਤ ਨਹੀਂ ਹੈ? ਆਪਸ਼ਨ ਏ ਹੈ ਪੁਸਤਕਾਂ, ਆਪਸ਼ਨ ਬੀ ਹੈ ਖੰਡਰ, ਆਪਸ਼ਨ ਸੀ ਹੈ ਸਿੱਕੇ, ਆਪਸ਼ਨ ਡੀ ਹੈ ਪੁਰਾਤੱਤਵ ਵਿਗਿਆਨੀ। सोर्स ऑफ हिस्ट्री नहीं है। बी आ रहा मोस्टली, संजीव लता का ए आया, करनिका का डी है, इंद्रजीत सिंह का भी डी है, बगीश सिंह का भी डी है, गुरदीप का भी डी है। सो इज द राइट आंसर जो है ऑप्शन डी है। इतिहासक स्रोत की गल कर रहे हैं, सोर्स ऑफ हिस्ट्री पुरातत्व विज्ञानी नहीं है। पुरातत्व विज्ञानियों का काम है कि इतिहासिक स्रोतों की खोज करना, ठीक है। सिक्कियां की खोज करना, खंडरां की खोज करना, अभिलेखां की खोज करना, यह काम पुरातत्व विज्ञानी का है। बाकी तीन जो ऑप्शन ने वो इतिहासिक स्रोत ने, सोर्स ऑफ हिस्ट्री ने, ओके। नेक्स्ट क्वेश्चन है, केड़ा साहित्यक स्रोत नहीं है? ऑप्शन ए है वेद, ऑप्शन बी है पुराण, ऑप्शन सी है सूत्र, ऑप्शन डी है अभिलेख। क्वेश्चन शो नहीं हो रहा, सिर्फ चैट शो हो रही है। प्रियंका गुंबर तुसी एक बारी रीज्वाइन कर लो क्योंकि बाकी आंसर कर रहे हैं, बाकी सब नू हो रहे हैं शो। सी आ रहा और अनन्या का डी आया, बाकी सब का जो है सी आ रहा। सो इज द राइट जो आंसर है, केड़ा इतिहासक स्रोत नहीं है। 8वें का आंसर है अभिलेख। साहित्यक स्रोत नहीं है, साहित्यक स्रोत दे विच अभिलेख नहीं आउंदे, ठीक है। बाकी वेद पुराण और सूत्र जो आ वो साहित्यक स्रोत ने। नेक्स्ट क्वेश्चन है, रामायण किस दी रचना है? ऑप्शन ए है ऋषि मुनि, ऑप्शन बी है ऋषि नागर, ऑप्शन सी है ऋषि वाल्मीक, ऑप्शन डी है ऋषि व्यास। जो रामायण है महाकाव्य है, रामायण एक महाकाव्य है, वो किस दी रचना है? सी आ रहा ओप्पो A11 का डी आया, बाकी सब का सी आ रहा है। सो इज द राइट जो आंसर है ऑप्शन सी है, ऋषि वाल्मीकि दी। और अगर तुहानू रामायण के श्लोक पूछ ले जान कि किन्ने रामायण के श्लोक आ, तो 24,000 श्लोक ने। 24,000 रामायण दे विच श्लोक ने। नेक्स्ट क्वेश्चन है, महाभारत किस दी रचना है? महाभारत भी एक महाकाव्य है, रामायण और महाभारत दोनों महाकाव्य ने। क्वेश्चन है, महाभारत किस दी रचना है? ऑप्शन ए है ऋषि मुनि, ऑप्शन बी है ऋषि नागर, ऑप्शन सी है ऋषि वाल्मीकि, ऑप्शन डी है ऋषि व्यास। डी आ रहा मोस्टली सब दा आंसर। सो इज द राइट आंसर भी ऑप्शन डी है, ऋषि व्यास की रचना है। अगर तुहानू महाभारत के श्लोक पूछ ले जान तां 1 लाख तो वध श्लोक ने, 1 लाख तो वध श्लोक ने महाभारत दे विच, और रामायण दे विच 24,000 श्लोक ने रामायणा विच। नैक्सट क्वेश्चन है, नियमां अते कानूनां बारे प्राचीन काल समय लिखियां पुस्तकां नूं कहा जांदा सी? ऑप्शन ए है उपनिषद, ऑप्शन बी है धर्म ग्रंथ, ऑप्शन सी है महाकाव्य, ऑप्शन डी है वेद। डी आ रहा मोस्टली ओप्पो A11 का डी है, अनन्या का डी है, बगीश सिंह का ए है, करनिका का बी है, संजीव लता का भी डी है, मनीषा का ए है। सो इज द राइट जो आंसर है ऑप्शन बी है। नियमां अते कानूनां बारे जो प्राचीन काल समय पुस्तकां लिखियां जांदियां सी, उन्हां नूं धर्म ग्रंथ कहा जांदा सी। अगर तुहानूं किसी धर्म ग्रंथ की एग्जाम्पल पूछ ली जाए या क्वेश्चन आ जाए कि मनुस्मृति की है, मनुस्मृति की है, और ऑप्शन आ जान उपनिषद है, धर्म ग्रंथ है, महाकाव्य है, वेद है, तो मनुस्मृति एक धर्म ग्रंथ है। ये नियमां ते कानूनां बारे जो है लिखियां पुस्तकां दी जानकारी दिंदी सी। नेक्स्ट क्वेश्चन है,
चाणक्य ने केड़ी किताब लिखी? ऑप्शन ए है इंडिका, ऑप्शन बी है अर्थशास्त्र, ऑप्शन सी है ऋग्वेद, ऑप्शन डी है ऋतु वसंत। सर मुझे आपकी वॉइस इतनी देर से नहीं सुन रही। जसप्रीत कौर, अगर वॉइस नहीं आ रही तो आप रिज्वाइन कर लेते ना एक बार। बी आ रहा मोस्टली सब दा आंसर। चाणक्य ने अर्थशास्त्र लिखी सी, ठीक है। ऑप्शन बी इज द राइट आंसर है। ऑप्शन ए ਦੇ ਵਿੱਚ जो इंडिका है, इंडिका पुस्तक ਦਾ ਲੇਖਕ अगर ਤੁਹਾਨੂੰ ਪੁੱਛ ਲਿਆ ਜਾਏ ਤਾਂ ਉਹ ਕੌਣ ਸੀ? ਮੈਗਸਥਨੀਜ਼। ਮੈਗਸਥਨੀਜ਼, ਠੀਕ ਹੈ। ਉਹ ਚੰਦਰਗੁਪਤ ਮੌਰਿਆ ਦੇ ਵਿੱਚ ਰਾਜ ਸਮੇਂ ਇੱਕ ਯੂਨਾਨੀ ਜੋ ਸੀ ਰਾਜਦੂਤ ਸੀ, ਠੀਕ ਹੈ। ਨੈਕਸਟ ਕੁਐਸਚਨ ਹੈ ਸਿੱਕਿਆਂ ਦੇ ਅਧਿਐਨ ਨੂੰ ਕਿਹਾ ਜਾਂਦਾ ਹੈ? ऑप्शन ए है मुद्रा शास्त्र, ऑप्शन बी है टकसाली, ऑप्शन सी है शामलाट, ऑप्शन डी है कोई भी नहीं। ये आ रहा ए आया ओप्पो का, संजीव लता का भी ए है, मनीषा का भी ए है, मोस्टली सब का ए आंसर है। सो सिक्कियां दे अध्ययन नूं मुद्रा शास्त्र कहंदे आ। टकसाल ਉਹ ਜਗ੍ਹਾ ਹੁੰਦੀ ਹੈ ਜਿੱਥੇ ਸਿੱਕੇ ਘੜੇ ਜਾਂਦੇ ਆ। ऑप्शन बी ਦੇ ਵਿੱਚ ਜੋ ਟਕਸਾਲ ਲਿਖਿਆ ਹੈ, ਟਕਸਾਲ ਉਹ ਜਗ੍ਹਾ ਹੈ ਜਿੱਥੇ ਸਿੱਕੇ ਘੜੇ ਜਾਂਦੇ ਆ, ਠੀਕ ਹੈ। ਪੰਜਾਬੀ ਦੇ ਵਿੱਚ ਇਹ ਆ ਜਾਂਦਾ ਕੁਐਸਚਨ ਕਿ ਉਹ ਜਗ੍ਹਾ ਜਿੱਥੇ ਸਿੱਕੇ ਘੜੇ ਜਾਂਦੇ ਆ ਉਸ ਨੂੰ ਕੀ ਕਿਹਾ ਜਾਂਦਾ ਹੈ? ਉਸ ਨੂੰ ਟਕਸਾਲ ਕਹਿੰਦੇ ਆ। ਨੈਕਸਟ ਕੁਐਸਚਨ ਹੈ ਆਰਿਆ ਭੱਟ ਕੌਣ ਸੀ? ऑप्शन ए है कवि, कवि मतलब पोएट, ऑप्शन बी है विज्ञानी मतलब साइंटिस्ट, ऑप्शन सी है लेखक, ऑप्शन डी है इतिहासकार। आर्या भट्ट नूं इंग्लिश विच आर्या भट्ट ही कहांगे। बी आया गुरदीप दा, संजीव लता दा सी है, किरणदीप कौर दा सी बी है, हरदीप कौर दा सी है। सो बी और सी आ रहा है। आर्या भट्ट जो सी एक साइंटिस्ट सी, विज्ञानी सी, खगोल शास्त्री भी इन्हां नूं कहा जांदा है, ठीक है। भारत का पहला उपग्रह जो सी सैटेलाइट सी वो आर्या भट्ट ही सी। भारत का पहला सैटेलाइट भी आर्या भट्ट सी उसका नाम, ठीक है। नैक्सट क्वेश्चन है पूर्व इतिहास काल प्री हिस्टरी पीरियड जो है उसनूं किन्ने समय विच जो है वंडिया जा सकता है? क्वेश्चन रिपीट कर रहा, पूर्व इतिहास काल की वंड किन्ने समय विच कीती जाती है? पूर्व इतिहास काल नूं प्री हिस्टरी पीरियड कहंदे आ। ऑप्शन ए है 1, ऑप्शन बी है 2, ऑप्शन सी है 3, ऑप्शन डी है 4। गुरदीप का सी आया, बाकी सब का बी आ रहा है। सो इज द राइट जो आंसर है ऑप्शन सी है। पूर्व इतिहास काल नूं 3 भागां दे विच वंडदे आ। पहला है पुरातन पत्थर युग, पुरातन पत्थर युग नूं इंग्लिश विच पैलियोलिथिक कहंदे आ, पैलियोलिथिक पीरियड, ठीक है। दूसरा है मध्य पत्थर युग, मध्य पत्थर युग नूं इंग्लिश विच मैसोलिथिक पीरियड कहंदे आ, मैसोलिथिक पीरियड। तीसरा है नवा पत्थर युग, नवा पत्थर युग नूं की कहंदे आ? न्यूलिथिक। लिथिक का मतलब है पत्थर और न्यू का मतलब है नवा, नवा पत्थर युग। मध्य पत्थर युग दे विच जो इंग्लिश दे विच उसनूं मैसोलिथिक नाम दिता गया है। मैसो का मतलब है मध्य और लिथिक का मतलब है पत्थर, ठीक है। सो तुहाडे किन्ने क्वेश्चन इन्हां दे विचों सही गए आ वो एक बारी प्लीज कन्फर्म कर दो। 15 क्वेश्चन सी अज दे, 15 विचों तुहाडे किन्ने राइट गए आ? माइक एक बारी सब दे जुआ अनम्यूट होने लग गया। अगर किसी को कोई डाउट होए तो वो हैंड रेज करके पूछ सकता है। किसी क्वेश्चन दे विच डाउट है तो हैंड रेज करके पूछ सकता है। गुरदीप दे 12 गए आ, करनिका दे 13, अनन्या दे 10, इंद्रजीत दे 12, प्रियंका एक ही गया तुहाडा सही।
ਕਿਰਨਦੀਪ ਕੌਰ ਦੇ 13, ਮੋਸਟਲੀ ਜੋ ਆ ਬਗੀਤ ਸਿੰਘ ਦੇ 7। ਸੋ ਕੋਈ ਗੱਲ ਨਹੀਂ, ਸਟਾਰਟਿੰਗ ਹੈ ਅਜੇ, ਤੁਸੀਂ ਕੋਰਸ ਜੁਆਇਨ ਕੀਤਾ ਹੈ ਤਾਂ ਹਜੇ ਤੱਕ ਤਾਂ ਟੌਪ 15 ਹੋ। ਅਗਰ ਕੋਈ ਹੋਰ ਜੁਆਇਨ ਕਰਦਾ ਓਕੇ ਕੋਈ ਗੱਲ ਨਹੀਂ। ਅਗਰ ਤੁਸੀਂ ਪਹਿਲੀ ਵਾਰ ਜ਼ੂਮ ਜੋ ਹੈ ਜੁਆਇਨ ਯੂਜ਼ ਕਰ ਰਹੇ ਹੋ ਤਾਂ ਕੋਈ ਨਹੀਂ, ਹੁਣ ਆਦਤ ਪੈ ਜਾਏਗੀ, ਜ਼ੂਮ ਤੇ ਹੀ ਕਲਾਸਿਸ ਹੋਣਗੀਆਂ। ਸੋ ਡਾਊਟ ਹੈ ਕਿਸੇ ਕੁਐਸਚਨ ਦੇ ਵਿੱਚ ਤਾਂ ਹੈਂਡ ਰੇਜ਼ ਕੀਤਾ ਹੋਇਆ ਕਰਨਿਕਾ ਨੇ। ਹਾਂਜੀ ਕਰਨਿਕਾ। ਮੈਗਸਥਨੀਜ਼, ਮੈਗਸਥਨੀਜ਼ ਕੁਐਸਚਨ ਆਏਗਾ ਅੱਗੇ। ਇੱਕ ਵਾਰੀ ਮੈਂ ਤੁਹਾਨੂੰ ਯਾਦ ਕਰਵਾਉਣ ਲਈ ਦੱਸ ਰਿਹਾ, ਕਿਉਂਕਿ ਜੋ ਵੀ ਆਪਸ਼ਨ ਹੁੰਦੀਆਂ, ਮੇਰਾ ਇਹ ਹੁੰਦਾ ਹੈ ਕਿ ਜੋ ਵੀ ਆਪਸ਼ਨ ਦੇ ਵਿੱਚ ਲਿਖਿਆ ਜਾ ਰਿਹਾ ਹੈ, ਅਗਰ ਇੱਕ ਆਪਸ਼ਨ ਆਨਸਰ ਹੈ ਤਾਂ ਬਾਕੀ ਆਪਸ਼ਨ ਦੇ ਬਾਰੇ ਆਪਾਂ ਨੂੰ ਪਤਾ ਹੋਣਾ ਜ਼ਰੂਰੀ ਹੈ, ਕਿਉਂਕਿ ਇਹੀ ਮਤਲਬ ਹੈ ਮੋਕ ਦੇਣ ਦਾ। ਅਗਰ ਆਪਾਂ ਪ੍ਰੈਕਟਿਸ ਕਰ ਰਹੇ ਹਾਂ ਤਾਂ ਪ੍ਰੈਕਟਿਸ ਦੇ ਵਿੱਚ ਅਗਰ ਆਪਾਂ ਆਪਸ਼ਨ ਨੂੰ, ਬਾਕੀ ਆਪਸ਼ਨ ਨੂੰ ਦੇਖ ਹੀ ਨਹੀਂ ਰਹੇ ਕਿ ਕੀ ਆਪਸ਼ਨ ਲਿਖੀਆਂ ਹੋਈਆਂ, ਉਹਨਾਂ ਦੇ ਕੀ ਆਨਸਰ ਆ ਸਕਦੇ ਆ, ਤਾਂ ਕੋਈ ਫਾਇਦਾ ਨਹੀਂ ਹੈ ਮੋਕ ਦਾ। ਮੋਕ ਦਾ ਇਹੀ ਮਤਲਬ ਹੈ ਕਿ ਆਪਾਂ ਆਪਣੀ ਨੌਲੇਜ ਨੂੰ ਇਨਕਰੀਜ਼ ਕਰੀਏ। ਹਾਂਜੀ, ਜਿਵੇਂ ਜਿਵੇਂ ਸਟਾਰਟਿੰਗ ਤੋਂ ਬਾਅਦ ਆਪਾਂ ਆਪਣਾ ਲੈਵਲ ਵਧੇਗਾ, ਨੌਲੇਜ ਵਧੇਗੀ, ਸੋ ਤੁਸੀਂ ਵੀ ਜੋ ਹੈ ਨਾਲ ਨਾਲ ਅਪ ਕਰਦੇ ਜਾਓਗੇ ਆਪਣੀ ਨੌਲੇਜ। ਕਿਸੇ ਹੋਰ ਦਾ ਕੋਈ ਡਾਊਟ ਹੈ? Oppo A11 ਸਰ ਪਲੀਜ਼ PDF ਭੇਜ ਦੇਣਾ। ਨੋ ਸਰ, ਓਕੇ। ਸੋ ਇੱਕ ਹੋਰ ਹੈ PDF, ਉਹ ਮੈਂ ਸ਼ੋ ਕਰਨ ਜਾ ਰਿਹਾ ਹੁਣ। ਪਲੀਜ਼ ਕਿਰਨਦੀਪ ਆਪਣਾ ਮਾਈਕ ਜੋ ਹੈ ਮਿਊਟ ਕਰ ਲਓ। ਸੋ ਇਹ ਜੋ PDF ਹੈ ਪੰਜਾਬੀ ਲੈਂਗੁਏਜ ਦੇ ਉੱਪਰ ਹੈ, ਜਿਹਨੂੰ ਪੰਜਾਬੀ ਭਾਸ਼ਾ ਕਹਿੰਦੇ ਆ। ਇਸ ਦੇ ਵਿੱਚ ਆਪਾਂ ਕੀ ਕਰਾਂਗੇ? ਹਾਂਜੀ, ਕਿਹਨਾਂ ਦੀ ਆਵਾਜ਼? ਹਰਦੀਪ ਕੌਰ ਤੁਸੀਂ ਬੋਲ ਰਹੇ ਹੋ? ਅਗਰ ਕੋਈ ਡਾਊਟ ਹੈ ਤਾਂ ਪੁੱਛ ਸਕਦੇ ਹੋ ਪਲੀਜ਼, ਥੋੜਾ ਜਿਹਾ ਜਲਦੀ। ਹਾਂਜੀ ਆ ਰਹੀ ਹੈ ਆਵਾਜ਼, ਬੋਲੋ। ਹਾਂਜੀ ਆਵਾਜ਼ ਆ ਰਹੀ ਹੈ, ਬੋਲੋ। ਹਰਦੀਪ ਕੌਰ ਤੁਸੀਂ ਮੈਸੇਜ ਕਰ ਦਿਓ, ਉਨੀ ਦੇਰ ਨੂੰ ਮੈਂ ਪੰਜਾਬੀ ਜੋ PDF ਤਿਆਰ ਕੀਤੀ ਹੈ ਉਹਦੇ ਬਾਰੇ ਦੱਸਦਾ ਕਿ ਇਹਦੇ ਵਿੱਚ ਕੀ ਪੜਾਂਗੇ। ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਕਿ ਧੁਨੀ ਕਿਸ ਨੂੰ ਕਹਿੰਦੇ ਆ, ਉਸ ਤੋਂ ਬਾਅਦ ਦੇਖਾਂਗੇ ਧੁਨੀ ਦਾ ਭਾਸ਼ਾ ਵਿੱਚ ਕੀ ਸਥਾਨ ਹੈ, ਫਿਰ ਦੇਖਾਂਗੇ ਧੁਨੀ ਦੇ ਕਾਰਜ ਕੀ ਹੁੰਦੇ ਆ, ਔਰ ਧੁਨੀਆਂ ਦੀ ਵਰਗ ਵੰਡ ਕਿੰਨੀ ਤਰੀਕੇ ਨਾਲ ਹੁੰਦੀ ਹੈ। ਫਿਰ ਦੇਖਾਂਗੇ ਸਵਰ ਕੀ ਆ, ਸਵਰਾਂ ਦੀ ਕਿੰਨੇ ਟਾਈਪ ਵਿੱਚ ਵੰਡ ਕੀਤੀ ਜਾ ਸਕਦੀ ਹੈ। ਫਿਰ ਦੇਖਾਂਗੇ ਵਿਅੰਜਨ ਕੀ ਹੁੰਦੇ ਆ, ਜਿਨ੍ਹਾਂ ਨੂੰ ਕੌਨਸੋਨੈਂਟ ਕਹਿੰਦੇ ਆ ਇੰਗਲਿਸ਼ ਵਿੱਚ, ਔਰ ਵਿਅੰਜਨ ਧੁਨੀਆਂ ਦੀ ਵੰਡ ਕਿੰਨੇ ਪ੍ਰਕਾਰ ਨਾਲ ਕੀਤੀ ਜਾ ਸਕਦੀ ਹੈ। ਇਹ ਪੜਾਂਗੇ ਅੱਜ ਪੰਜਾਬੀ ਦੇ ਵਿੱਚ ਆਪਾਂ, ਠੀਕ ਹੈ। ਸੋ ਸਟਾਰਟ ਕਰਦੇ ਹਾਂ। ਧੁਨੀ ਕੀ ਹੈ? ਸਭ ਤੋਂ ਪਹਿਲਾਂ ਦੇਖਦੇ ਹਾਂ ਧੁਨੀ ਕੀ ਹੈ। ਧੁਨੀ ਦਾ ਮਤਲਬ ਹੈ ਬੋਲਣ ਸਮੇਂ ਮਨੁੱਖ ਦੇ ਮੂੰਹ ਵਿੱਚੋਂ ਨਿਕਲਦੀਆਂ ਜੋ ਸਾਰਥਕ ਆਵਾਜ਼ਾਂ ਨੇ, ਸਾਰਥਕ ਆਵਾਜ਼ਾਂ ਨੇ, ਉਹਨਾਂ ਨੂੰ ਧੁਨੀ ਕਿਹਾ ਜਾਂਦਾ ਹੈ, ਠੀਕ ਹੈ। ਧੁਨੀਆਂ ਦਾ ਮਤਲਬ ਕੀ ਹੈ? ਸਿਰਫ ਮੌਖਿਕ ਪੱਧਰ ਤੇ ਇਹਨਾਂ ਨੂੰ ਉਚਾਰਿਆ ਜਾ ਸਕਦਾ ਹੈ। ਧੁਨੀ ਜੋ ਹੈ ਮੌਖਿਕ ਪੱਧਰ ਤੇ ਉਚਾਰੀ ਜਾ ਸਕਦੀ ਹੈ, ਧੁਨੀਆਂ ਨੂੰ ਲਿਖਿਆ ਨਹੀਂ ਜਾ ਸਕਦਾ। ਲਿਖਣ ਦੇ ਸਮੇਂ ਜਦੋਂ ਆਪਾਂ ਧੁਨੀ ਨੂੰ ਲਿਖਦੇ ਹਾਂ ਤਾਂ ਉਹ ਲਿਪੀ ਬਣ ਜਾਂਦੀ ਹੈ। ਧੁਨੀ ਦਾ ਮਤਲਬ ਹੈ ਆਪਣੇ ਮੂੰਹ ਦੇ ਵਿੱਚੋਂ ਨਿਕਲੀਆਂ ਹੋਈਆਂ ਆਵਾਜ਼ਾਂ, ਠੀਕ ਹੈ। ਜਦੋਂ ਆਪਾਂ ਧੁਨੀ ਨੂੰ ਲਿਪੀਬੱਧ ਕਰਦੇ ਹਾਂ ਜਾਂ ਲਿਖਦੇ ਹਾਂ ਤਾਂ ਉਹ ਲਿਪੀ ਬਣ ਜਾਂਦੀ ਹੈ, ਚਿੰਨ੍ਹ ਬਣ ਜਾਂਦੇ ਆ ਇੱਕ, ਠੀਕ ਹੈ। ਨੈਕਸਟ ਦੇਖਦੇ ਹਾਂ ਧੁਨੀ ਦੀ ਭਾਸ਼ਾ ਦੇ ਵਿੱਚ ਕੀ ਰੋਲ ਹੈ। ਧੁਨੀ ਜੋ ਹੈ ਭਾਸ਼ਾ ਦੀ ਇੱਕ ਬੁਨਿਆਦੀ ਇਕਾਈ ਹੈ, ਮਤਲਬ ਜੋ ਬੇਸ ਹੈ ਭਾਸ਼ਾ ਦਾ, ਜੋ ਆਧਾਰ ਹੈ। ਜਿਵੇਂ ਆਪਾਂ ਦੇਖਦੇ ਹਾਂ ਨਾ ਕਿ ਜਦੋਂ ਆਪਾਂ ਮਕਾਨ ਖੜਾ ਕਰਦੇ ਹਾਂ ਤਾਂ ਨੀਹਾਂ ਭਰਦੇ ਹਾਂ, ਉਹ ਨੀਂਹ ਜੋ ਹੈ ਆਪਣੇ ਮਕਾਨ ਦਾ ਆਧਾਰ ਹੁੰਦੀ ਹੈ। ਉਵੇਂ ਜੋ ਧੁਨੀ ਹੈ, ਸਾਊਂਡ ਜੋ ਹੈ ਉਹ ਭਾਸ਼ਾ ਦਾ ਆਧਾਰ ਹੈ, ਬੇਸ ਹੈ ਭਾਸ਼ਾ ਦਾ, ਠੀਕ ਹੈ। ਧੁਨੀ ਜੋ ਹੈ ਭਾਸ਼ਾ ਸੰਰਚਨਾ ਦੀ ਸਭ ਤੋਂ ਛੋਟੀ ਇਕਾਈ ਹੈ, ਸਭ ਤੋਂ ਛੋਟੀ ਤੋਂ ਛੋਟੀ। ਅਗਰ ਤੁਹਾਨੂੰ ਪੁੱਛ ਲਿਆ ਜਾਏ ਕਿ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਕੀ ਹੈ ਤਾਂ ਉਸਦਾ ਆਨਸਰ ਹੋਏਗਾ ਧੁਨੀ। ਧੁਨੀ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਹੈ, ਠੀਕ ਹੈ। ਨੈਕਸਟ ਹੈ
ਧੁਨੀ ਦਾ ਕਾਰਜ ਕੀ ਹੈ? ਧੁਨੀ ਦਾ ਕਾਰਜ ਕੀ ਹੈ? ਧੁਨੀਆਂ ਮਿਲ ਕੇ ਸ਼ਬਦ ਬਣਾਉਂਦੀਆਂ, ਠੀਕ ਹੈ। ਧੁਨੀਆਂ ਜਿਵੇਂ ਹੈ ਕੋਈ ਅੱਗੇ ਐਗਜ਼ਾਮਪਲ ਦਿਆਂਗਾ ਕਿਵੇਂ ਧੁਨੀਆਂ ਮਿਲ ਕੇ ਸ਼ਬਦ ਬਣਾਉਂਦੀਆਂ, ਸ਼ਬਦਾਂ ਦਾ ਨਿਰਮਾਣ ਕਰਦੀਆਂ। ਇਹਨਾਂ ਸ਼ਬਦਾਂ ਨੂੰ ਉਚਾਰਨ ਸਮੇਂ ਕੀ ਨਿਕਲਦਾ ਹੈ? ਜਦੋਂ ਆਪਾਂ ਸ਼ਬਦ ਨੂੰ ਉਚਾਰਦੇ ਹਾਂ ਤਾਂ ਆਪਣੇ ਮੂੰਹ ਵਿੱਚੋਂ ਧੁਨੀਆਂ ਨਿਕਲਦੀਆਂ, ਠੀਕ ਹੈ। ਧੁਨੀਆਂ ਮਿਲ ਕੇ ਸ਼ਬਦ ਬਣਾਉਂਦੀਆਂ, ਲੇਕਿਨ ਜਦੋਂ ਆਪਾਂ ਉਹਨਾਂ ਸ਼ਬਦਾਂ ਨੂੰ ਉਚਾਰਦੇ ਹਾਂ ਤਾਂ ਉਹ ਮੂੰਹ ਵਿੱਚੋਂ ਨਿਕਲੀਆਂ ਆਵਾਜ਼ਾਂ ਨੂੰ ਆਪਾਂ ਕੀ ਕਹਿੰਦੇ ਆ? ਧੁਨੀ ਕਹਿੰਦੇ ਆ, ਠੀਕ ਹੈ। ਸਾਊਂਡ ਕਹਿੰਦੇ ਆ ਉਹਨਾਂ ਨੂੰ। ਐਗਜ਼ਾਮਪਲ ਦਿੰਦੇ ਆ ਧੁਨੀਆਂ ਕਿਵੇਂ ਸ਼ਬਦ ਬਣਾਉਂਦੀਆਂ। ਜਿਵੇਂ ਆਪਣੇ ਦੇਸ਼ ਦਾ ਨਾਮ ਭਾਰਤ ਹੈ, ਭਾਰਤ ਜਿਵੇਂ ਆਪਾਂ ਪੰਜਾਬੀ ਦੇ ਵਿੱਚ ਲਿਖਦੇ ਹਾਂ ਤਾਂ ਭਾਰਤ ਜੋ ਹੈ 4 ਧੁਨੀਆਂ ਤੋਂ ਮਿਲ ਕੇ ਬਣਿਆ। ਜਿਵੇਂ ਸਕਰੀਨ ਦੇ ਵਿੱਚ ਉੱਪਰ ਤੁਹਾਨੂੰ ਸ਼ੋ ਹੋ ਰਿਹਾ ਹੋਏਗਾ, ਸਭ ਤੋਂ ਪਹਿਲੇ ਹੈ ਭੱਬਾ, ਫਿਰ ਪਲੱਸ ਹੈ ਅ, ਫਿਰ ਹੈ ਰਾਰਾ, ਫਿਰ ਹੈ ਤੱਤਾ। ਇਹ 4 ਜੋ ਹੈ ਧੁਨੀਆਂ ਤੋਂ ਮਿਲ ਕੇ ਸ਼ਬਦ ਬਣੇ ਆ। ਧੁਨੀਆਂ ਤੋਂ ਮਿਲ ਕੇ ਸ਼ਬਦ ਬਣਦੇ ਆ, ਸ਼ਬਦਾਂ ਤੋਂ ਮਿਲ ਕੇ ਵਾਕ ਬਣਦੇ ਆ, ਔਰ ਵਾਕਾਂ ਦਾ ਅਰਥ ਨਿਕਲਦਾ। ਇਹ 4 ਜੋ ਹੈ ਪਾਰਟ ਜੋ ਹੈ ਵਿਆਕਰਨ ਦੇ ਹੁੰਦੇ ਆ। ਫਿਰ ਦੂਸਰਾ ਐਗਜ਼ਾਮਪਲ ਹੈ ਰੀਆ। ਰੀਆ ਦੇ ਵਿੱਚ 3 ਸ਼ਬਦ ਆ, 3 ਧੁਨੀਆਂ ਨੇ। ਪਹਿਲਾ ਹੈ ਰਾਰਾ, ਫਿਰ ਦੂਸਰਾ ਹੈ ਈ, ਫਿਰ ਤੀਸਰਾ ਹੈ ਆ। ਇਹ 3 ਜੋ ਹੈ ਧੁਨੀਆਂ ਤੋਂ ਮਿਲ ਕੇ ਰੀਆ ਬਣਿਆ। ਤੀਸਰਾ ਵਰਡ ਹੈ ਰਾਮ। ਰਾਮ ਵੀ 3 ਧੁਨੀਆਂ ਤੋਂ ਮਿਲ ਕੇ ਬਣਿਆ, ਰਾਰਾ, ਅ ਔਰ ਮੰਮਾ। ਇਹ 3 ਧੁਨੀਆਂ ਤੋਂ ਮਿਲ ਕੇ ਰਾਮ ਬਣਿਆ। ਨੈਕਸਟ ਦੇਖਾਂਗੇ ਧੁਨੀਆਂ ਦੀ ਵੰਡ। ਧੁਨੀਆਂ ਦੀ ਵੰਡ 2 ਟਾਈਪ ਨਾਲ ਹੁੰਦੀ ਹੈ। ਫਰਸਟ ਹੈ ਸਵਰ ਧੁਨੀਆਂ, ਦੂਸਰੀ ਹੈ ਵਿਅੰਜਨ ਧੁਨੀਆਂ। ਸਵਰ ਨੂੰ ਆਪਾਂ ਕਹਿੰਦੇ ਆ ਇੰਗਲਿਸ਼ ਵਿੱਚ ਵੋਵਲ, ਔਰ ਵਿਅੰਜਨ ਨੂੰ ਕਹਿੰਦੇ ਆ ਕੌਨਸੋਨੈਂਟ, ਠੀਕ ਹੈ। ਕਿਉਂਕਿ ਪੰਜਾਬੀ ਦੀ ਕਲਾਸ ਹੈ, ਸੋ ਪੰਜਾਬੀ ਵਿੱਚ ਗੱਲ ਕਰਾਂਗੇ ਤਾਂ ਬੈਟਰ ਰਹੇਗਾ। ਸਵਰ ਧੁਨੀਆਂ ਔਰ ਵਿਅੰਜਨ ਧੁਨੀਆਂ। ਸਵਰ ਧੁਨੀਆਂ ਕੀ ਹੁੰਦੀਆਂ? ਸਵਰ ਧੁਨੀਆਂ ਬਾਰੇ ਦੇਖਦੇ ਹਾਂ। ਸਵਰ ਧੁਨੀਆਂ ਉਹ ਹੁੰਦੀਆਂ ਜਿਹਨਾਂ ਧੁਨੀਆਂ ਨੂੰ ਆਪਾਂ ਉਚਾਰਨ ਸਮੇਂ ਜਦੋਂ ਉਹਨਾਂ ਨੂੰ ਉਚਾਰਦੇ ਹਾਂ ਤਾਂ ਹਵਾ ਜੋ ਹੈ, ਸਾਹ ਜੋ ਹੈ ਆਪਣਾ, ਉਹ ਬੇਰੋਕ ਗਤੀ ਨਾਲ ਨਿਕਲਦਾ ਹੈ, ਮਤਲਬ ਕੋਈ ਰੁਕਾਵਟ ਪੈਦਾ ਨਹੀਂ ਹੁੰਦੀ। ਔਰ ਇੱਕ ਚੀਜ਼ ਹੋਰ ਹੈ, ਇਹਨਾਂ ਨੂੰ ਉਚਾਰਨ ਸਮੇਂ ਜੋ ਹੈ ਬੋਲਣ ਸਮੇਂ ਘੱਟ ਸਮਾਂ ਲੱਗਦਾ ਹੈ, ਠੀਕ ਹੈ। ਪਹਿਲੀ ਕੰਡੀਸ਼ਨ ਇਹ ਹੁੰਦੀ ਹੈ ਸਵਰ ਅਗਰ ਕੋਈ ਧੁਨੀ ਹੈ ਤਾਂ ਉਚਾਰਨ ਸਮੇਂ ਇੱਕ ਤਾਂ ਘੱਟ ਸਮਾਂ ਲੱਗੇਗਾ, ਔਰ ਇੱਕ ਜਦੋਂ ਆਪਾਂ ਉਹਨਾਂ ਨੂੰ ਉਚਾਰਾਂਗੇ ਤਾਂ ਹਵਾ ਜੋ ਹੈ ਆਪਣੀ ਸਾਹ ਦੇ ਵਿੱਚੋਂ ਜੋ ਆਪਾਂ ਸਾਊਂਡ ਆ ਰਹੀ ਹੈ ਗਲੇ ਦੇ ਵਿੱਚੋਂ, ਉਹ ਬੇਰੋਕ ਗਤੀ ਨਾਲ ਨਿਕਲੇਗੀ, ਠੀਕ ਹੈ। ਫਿਰ ਆਪਾਂ ਦੇਖਦੇ ਹਾਂ ਕਿ ਪੰਜਾਬੀ ਵਿੱਚ ਕਿੰਨੀਆਂ ਸਵਰ ਧੁਨੀਆਂ। ਪੰਜਾਬੀ ਵਿੱਚ 10 ਸਵਰ ਧੁਨੀਆਂ ਨੇ। ਸਵਰਾਂ ਦੀ ਗਿਣਤੀ ਅਗਰ ਪੁੱਛ ਲਈ ਜਾਏ ਤਾਂ ਉਹ 3 ਨੇ। ਸਵਰ 3 ਨੇ ਪੰਜਾਬੀ ਵਿੱਚ, ਊੜਾ, ਐੜਾ ਔਰ ਈੜੀ। ਲੇਕਿਨ ਸਵਰ ਧੁਨੀਆਂ ਦੀ ਅਗਰ ਗਿਣਤੀ ਪੁੱਛ ਲਈ ਜਾਏ, ਸਵਰ ਧੁਨੀਆਂ ਦੀ ਗਿਣਤੀ, ਤਾਂ ਉਹ 10 ਹੈ। ਸਕਰੀਨ ਤੇ ਸ਼ੋ ਹੋ ਰਿਹਾ ਹੋਏਗਾ ਕਿਹੜੀਆਂ ਕਿਹੜੀਆਂ। ਮੁਕਤਾ ਹੈ ਅ, ਆ, ਈ, ਊ, ਏ, ਓ। ਇਹ ਜੋ ਹੈ 10 ਧੁਨੀਆਂ ਨੇ ਸਵਰ ਧੁਨੀਆਂ, ਠੀਕ ਹੈ। ਫਿਰ ਆਪਾਂ ਗੱਲ ਕਰਦੇ ਹਾਂ ਸਵਰ ਧੁਨੀਆਂ ਦੀ ਵੰਡ ਦੀ। ਸਵਰ ਧੁਨੀਆਂ ਨੂੰ 2 ਪ੍ਰਕਾਰ ਦੇ ਵਿੱਚ ਵੰਡਿਆ ਜਾ ਸਕਦਾ ਹੈ। ਪਹਿਲੀ ਹੈ ਲਘੂ ਸਵਰ, ਦੂਸਰੀ ਹੈ ਦੀਰਘ ਸਵਰ। ਪਹਿਲੀ ਹੈ ਲਘੂ ਸਵਰ, ਦੂਸਰੀ ਹੈ ਦੀਰਘ ਸਵਰ। ਦੇਖਦੇ ਹਾਂ ਲਘੂ ਸਵਰ ਕੀ ਹੁੰਦੇ ਆ ਔਰ ਦੀਰਘ ਸਵਰ ਕੀ ਹੁੰਦੇ ਆ। ਲਘੂ ਸਵਰ ਉਹ ਹੁੰਦੇ ਆ ਜਿਨ੍ਹਾਂ ਨੂੰ ਉਚਾਰਨ ਸਮੇਂ ਘੱਟ ਸਮਾਂ ਲੱਗਦਾ ਹੈ। ਲਘੂ ਸਵਰ ਉਹ ਹੁੰਦੇ ਆ ਜਿਨ੍ਹਾਂ ਨੂੰ ਉਚਾਰਨ ਸਮੇਂ ਘੱਟ ਸਮਾਂ ਲੱਗਦਾ ਹੈ। ਇਹ ਗਿਣਤੀ ਵਿੱਚ 3 ਹੁੰਦੇ ਆ। ਕਿਹੜੇ ਕਿਹੜੇ ਆ? ਊੜੇ ਨੂੰ ਔਂਕੜ ਮਤਲਬ ਊ, ਔਰ ਆੜਾ ਮਤਲਬ ਮੁਕਤੇ ਵਾਲਾ, ਔਰ ਈ ਛੋਟੀ ਈ ਸਿਹਾਰੀ ਵਾਲੀ, ਠੀਕ ਹੈ। ਇਹ 3 ਜੋ ਆ ਲਘੂ ਸਵਰ ਹੁੰਦੇ ਆ। ਇਹ ਤਿੰਨਾਂ ਨੂੰ ਯਾਦ ਰੱਖ ਲਿਓ। ਔਰ ਅਗਰ ਤੁਹਾਨੂੰ ਲਘੂ ਸਵਰਾਂ ਦੀ ਗਿਣਤੀ ਪੁੱਛ ਲਈ ਜਾਏ ਤਾਂ ਉਹ 3 ਹੁੰਦੀ ਹੈ, ਓਕੇ। ਫਿਰ ਹੈ ਦੀਰਘ ਸਵਰ। ਸਵਰਾਂ ਦੀ ਵੰਡ ਜੋ ਹੈ 2 ਪ੍ਰਕਾਰ ਦੀ ਹੁੰਦੀ ਹੈ, ਲਘੂ ਸਵਰ ਔਰ ਦੀਰਘ ਸਵਰ। ਦੀਰਘ ਸਵਰ ਉਹ ਹੁੰਦੇ ਆ ਜਿਨ੍ਹਾਂ ਨੂੰ ਉਚਾਰਨ ਸਮੇਂ ਲਘੂ ਸਵਰ ਨਾਲੋਂ ਵੱਧ ਸਮਾਂ ਲੱਗਦਾ ਹੈ। ਜਿਨ੍ਹਾਂ ਨੂੰ ਉਚਾਰਨ ਸਮੇਂ ਲਘੂ ਸਵਰ ਨਾਲੋਂ ਵੱਧ ਸਮਾਂ ਲੱਗਦਾ ਹੈ ਉਹ ਦੀਰਘ ਸਵਰ ਕਹੇ ਜਾਂਦੇ ਆ। ਇਹਨਾਂ ਦੀ ਗਿਣਤੀ ਜੋ ਹੈ 7 ਹੁੰਦੀ ਹੈ। ਲਘੂ ਸਵਰਾਂ ਦੀ ਗਿਣਤੀ ਜੋ ਹੈ 3 ਹੁੰਦੀ ਹੈ। ਕਿਹੜੇ ਕਿਹੜੇ ਦੀਰਘ ਸਵਰ ਆ? ਐੜੇ ਨੂੰ ਕੰਨੇ ਵਾਲਾ, ਔਰ ਈੜੀ ਵੱਡੀ ਵਾਲੀ, ਈ ਮਾਤਰਾ ਜੋ ਵੱਡੀ ਈ ਕੀ ਮਾਤਰਾ ਵਾਲੀ, ਊ ਮਤਲਬ ਊੜੇ ਨੂੰ ਜੋ ਦੁਲੈਂਕੜ ਹੁੰਦੀ ਹੈ, ਏ, ਓ, ਠੀਕ ਹੈ। ਇਹ 7 ਜੋ ਆ ਦੀਰਘ ਸਵਰ ਨੇ। ਆ, ਈ, ਊ, ਏ, ਓ। ਇਹ ਜੋ ਆ ਦੀਰਘ ਸਵਰ ਨੇ, ਓਕੇ। ਇੱਥੋਂ ਤੱਕ ਕੋਈ ਡਾਊਟ ਹੈ ਤਾਂ ਪੁੱਛ ਲਿਓ, ਕਿਉਂਕਿ ਮੀਟਿੰਗ ਜੋ ਆ 2 ਮਿੰਟ ਦੇ ਵਿੱਚ ਕਲੋਜ਼ ਹੋ ਜਾਏਗੀ। ਫਿਰ ਨਿਊ ਲਿੰਕ ਇੱਕ ਸ਼ੇਅਰ ਕਰਾਂਗਾ ਮੈਂ ਸਭ ਨੂੰ। ਸੋ ਕਿਸੇ ਦਾ